हर शरणा। वाहे गुरु 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 जपो वाहे गज के वाहे गुरु वाहे गुरु वाहे वाहे गुरु वाहे गुरु वाहे गुरु वाहिगुरु जी का खालसा श्री वाहिगुरु जी की फतेह। NRI TV ਦੇ ਖਾਸ ਪ੍ਰੋਗਰਾਮ ਦਰਸ਼ਨੇ ਦੀਦਾਰ ਤਹਿਤ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਤਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸੈਦਰਾਣਾ ਸਾਹਿਬ ਪਿੰਡ ਵਿੱਲੀ ਬ੍ਰਾਂਚ ਜ਼ਿਲ੍ਹਾ ਜਲੰਧਰ ਦੇ। ਇਸ ਸਥਾਨ ਤੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ 2200 ਘੋੜ ਸਵਾਰਾਂ ਸਮੇਤ ਪਹੁੰਚੇ ਸਨ ਤੇ ਦੁਆਬੇ ਦੀ ਇਸ ਧਰਤੀ ਨੂੰ ਭਾਗ ਲਾਏ ਸਨ। ਇਤਿਹਾਸ ਨੂੰ ਜੇ ਪੰਨੇ ਫਰੋਲਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਸਨ ਤਾਂ ਉਸ ਧਰਤੀ ਦੇ ਉੱਪਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੋਂ ਦੇ ਦੀਵਾਨ ਪੁਵਾਂਗੜ ਵੀ ਉੱਥੇ ਪਹੁੰਚੇ ਹੋਏ ਸਨ। ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਇਲਾਕੇ ਦੇ ਵਿੱਚ ਵੀ ਆਓ ਤੇ ਉੱਥੇ ਵੀ ਤੁਸੀਂ ਆ ਕੇ ਸੰਗਤਾਂ ਨੂੰ ਦਰਸ਼ਨ ਦੇਵੋ। ਜਦੋਂ ਗੁਰੂ ਜੀ ਪੂਰੇ 1 ਸਾਲ ਬਾਅਦ ਉਸ ਇਲਾਕੇ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਜਾ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਇਸ ਗੁਰੂ ਘਰ ਦੇ ਨਾਲ ਹੋਰ ਵੀ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ। ਕੀ ਇਤਿਹਾਸ ਹੈ ਗੁਰੂ ਘਰ ਦਾ ਤੇ ਮੌਜੂਦਾ ਸਮੇਂ ਉੱਥੇ ਕੌਣ ਇਸ ਸਥਾਨ ਦੀ ਸੇਵਾ ਕਰ ਰਿਹਾ ਹੈ, ਆਓ ਤੁਹਾਨੂੰ ਅਸੀਂ ਪੂਰੀ ਰਿਪੋਰਟ ਦਿਖਾ ਦਿੰਦੇ ਹਾਂ। गुरुद्वारा श्री सैदराणा साहब पातशाही 7वीं पिंड बिल्ली बड़ैच। जी हाँ, ਜਦੋਂ ਦੁਆਬੇ ਦੇ ਦੌਰੇ ਸਮੇਂ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਇਸ ਧਰਤੀ ਤੇ ਆਪਣੇ ਚਰਨ ਪਾਏ ਤਾਂ ਇਸ ਨੂੰ ਪੂਜਨਯੋਗ ਬਣਾ ਦਿੱਤਾ। ਕਿਸੇ ਸਮੇਂ ਮਾਲਾ ਪਿੰਡ ਦੇ ਦੀਵਾਨ ਭੂਵਾਗਿਰ ਨੇ ਸਤਿਗੁਰੂ ਨੂੰ ਕਰਤਾਰਪੁਰ ਵਿਖੇ ਬੇਨਤੀ ਕੀਤੀ ਸੀ ਕਿ ਸਾਡੇ ਵੀ ਇਲਾਕੇ ਵਿੱਚ ਚਰਨ ਪਾਓ। ਸਮਾਂ ਪਾ ਕੇ ਗੁਰੂ ਸਾਹਿਬ 2200 ਘੋੜ ਸਵਾਰਾਂ ਸਮੇਤ ਇੱਥੇ ਆਏ ਤੇ ਇਸ ਥਾਂ ਤੇ ਸੰਘਣੇ ਰੁੱਖਾਂ ਦੀ ਛਾਂ ਦੇ ਕੇ ਆਸਣ ਲਾਇਆ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਇੱਥੇ ਨੇੜੇ ਹੀ ਮਾਲਾ ਪਿੰਡ ਵਿੱਚ ਦੀਵਾਨ ਭੂਵਾਗਿਰ ਰਹਿੰਦਾ ਹੈ, ਉਸ ਨੂੰ ਸੱਦ ਕੇ ਲਿਆਓ। ਦੀਵਾਨ ਨੂੰ ਤਾਂ ਪਹਿਲਾਂ ਹੀ ਗੁਰੂ ਜੀ ਦੇ ਆਉਣ ਦਾ ਪਤਾ ਲੱਗ ਚੁੱਕਾ ਸੀ, ਪਰ ਉਹ ਸਿੱਖਾਂ ਦੀ ਬਹੁਗਿਣਤੀ ਤੇ ਹਕੂਮਤ ਦੇ ਕਹਿਰ ਤੋਂ ਡਰ ਗਿਆ ਸੀ। ਜਦੋਂ ਗੁਰੂ ਜੀ ਦੇ ਸਿੱਖ ਦੀਵਾਨ ਦੇ ਘਰ ਗਏ ਤਾਂ ਘਰਦਿਆਂ ਨੇ ਇਹ ਕਹਿ ਦਿੱਤਾ ਕਿ ਉਹ ਘਰ ਨਹੀਂ ਹੈ। ਜਦ ਬਾਰ-ਬਾਰ ਇਹੀ ਜਵਾਬ ਮਿਲਿਆ ਤਾਂ ਗੁਰੂ ਜੀ ਨੇ ਸੁਭਾਵਿਕ ਹੀ ਆਪਣੇ ਮੁਖ ਵਿੱਚੋਂ ਇਹ ਵਚਨ ਕਹਿ ਦਿੱਤਾ, ਜੇ ਨਹੀਂ ਤਾਂ ਨਹੀਂ ਹੋਣਾ। ਇੱਧਰ ਦੀਵਾਨ ਦੀ ਸੱਪ ਲੜ ਕੇ ਮੌਤ ਹੋ ਗਈ ਅਤੇ ਪਿੰਡ ਦੇ ਲੋਕ ਡਰ ਗਏ ਕਿ ਸ਼ਾਇਦ ਗੁਰੂ ਜੀ ਨੇ ਸ਼ਰਾਪ ਦੇ ਦਿੱਤਾ ਹੈ। ਇਹ ਲੋਕ ਐਸੇ ਅਣਜਾਣ ਹਨ ਕਿ ਗੁਰੂ ਜੀ ਹਮੇਸ਼ਾ ਜ਼ਿੰਦਗੀ ਦਿੰਦੇ ਹਨ, ਮੌਤ ਨਹੀਂ। ਡਰੇ ਹੋਏ ਲੋਕ ਫਤਿਹ ਸ਼ਾਹ ਫਕੀਰ ਦੇ ਕਹਿਣ ਤੇ ਹਜ਼ੂਰ ਦੇ ਚਰਨਾਂ ਦੇ ਵਿੱਚ ਆ ਹਾਜ਼ਰ ਹੋਏ ਤੇ ਮੁਆਫੀ ਮੰਗਣ ਲੱਗ ਪਏ। ਗੁਰੂ ਜੀ ਨੇ ਕਿਹਾ ਇਸ ਵਾਰ ਕਿਸੇ ਦਾ ਕੋਈ ਕਸੂਰ ਨਹੀਂ, ਸਭ ਕਰਮਾਂ ਦੀ ਖੇਡ ਹੈ। ਐਨੇ ਨੂੰ ਗੁਰੂ ਸਾਹਿਬ ਜੀ ਦੇ ਆਉਣ ਦੀ ਖਬਰ ਸੁਣ ਕੇ ਪਿੰਡ ਬਿੱਲੀ ਬੜੈਚ ਦੀ ਸੰਗਤ ਆਨ ਹਾਜ਼ਰ ਹੋਈ ਅਤੇ ਦੁੱਧ ਤੇ ਲੰਗਰ ਦੀਆਂ ਭੇਟਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖੀਆਂ। ਤਦ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਇਹ ਸੰਗਤ ਕਿੱਥੋਂ ਆਈ ਹੈ ਤਾਂ ਕਿਸੇ ਬਜ਼ੁਰਗ ਨੇ ਦੱਸਿਆ ਕਿ ਇਹ ਸੰਗਤ ਪਿੰਡ ਬਿੱਲੀ ਬੜੈਚ ਤੋਂ ਆਈ ਹੈ। ਗੁਰੂ ਜੀ ਨੇ ਹੱਸ ਕੇ ਕਿਹਾ ਕਿ ਬਿੱਲੀ ਨੂੰ ਤੇ ਦੁੱਧ ਬਹੁਤ ਪਿਆਰਾ ਹੁੰਦਾ ਹੈ, ਇੱਥੇ ਕਦੇ ਵੀ ਦੁੱਧ ਦੀ ਕਮੀ ਨਹੀਂ ਆਵੇਗੀ। ਉਹਨਾਂ ਨੇ ਕਿਹਾ ਇੱਥੇ ਦੁੱਧ ਅਤੇ ਲੰਗਰ ਸਦਾ ਚੱਲਦੇ ਰਹਿਣਗੇ ਤੇ ਸੰਗਤਾਂ ਦੀਆਂ ਮਨੋਕਾਮਨਾਵਾਂ ਇਸ ਸਥਾਨ ਤੇ ਪੂਰੀਆਂ ਹੋਣਗੀਆਂ। ਸੰਗਤਾਂ ਦੀ ਅੱਜ ਵੀ ਮੂੰਹ ਮੰਗੀ ਮੁਰਾਦ ਇਸ ਸਥਾਨ ਤੋਂ ਪੂਰੀ ਹੁੰਦੀ ਹੈ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ ਜੀ, ਇਹ ਜੋ ਸਥਾਨ ਗੁਰਦੁਆਰਾ ਸ਼੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸਤਵੇਂ ਪਿੰਡ ਬਿੱਲੀ ਵੜੈਚ ਵਿਖੇ ਹੈ। ਇਹ ਇਤਿਹਾਸ ਮੁਤਾਬਕ ਜੋ ਸਤਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਚਾਲੇ ਪਾ ਕੇ ਕਰਤਾਰਪੁਰ ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਉੱਠਦੇ ਆ, ਇੱਥੇ ਵਿਸਾਖੀ ਦੇ ਮੇਲੇ ਤੇ ਆਏ ਸੀ। ਇਸ ਗੁਰਦੁਆਰਾ ਸਾਹਿਬ ਦੇ ਦੱਖਣ ਵਾਲੇ ਪਾਸੇ ਇੱਕ ਸ਼ਹਿਰ ਸੀ ਨੂਰ ਮਹਿਲਾ, ਉੱਥੇ ਦਾ ਇੱਕ ਚੌਧਰੀ ਸੀ ਦੀਵਾਨ ਭੁੰਗਰ ਦੇ ਸਹੁਰੇ ਸੀ ਕਰਤਾਰਪੁਰ। ਇਹ ਵਿਸਾਖੀ ਦੇ ਮੇਲੇ ਤੇ ਕਰਤਾਰਪੁਰ ਗਿਆ ਹੋਇਆ ਸੀ। ਇਹਨੇ ਉੱਥੇ ਬਾਜ਼ਾਰ ਵੇਖਿਆ, ਗੁਰੂ ਸਾਹਿਬ ਦੇ ਘੋੜੇ ਵੇਖੇ ਤੇ ਆਪਣੇ ਸਹੁਰੇ ਨੂੰ ਪੁੱਛਿਆ ਵੀ ਇੱਥੇ ਕੌਣ ਬਾਦਸ਼ਾਹ ਆਇਆ ਹੋਇਆ, ਤੇ ਉਹਨਾਂ ਆਖਿਆ ਬਾਦਸ਼ਾਹ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਆਏ ਹੋਏ ਨੇ ਵਿਸਾਖੀ ਦੇ ਮੇਲੇ ਤੇ। ਜਦੋਂ ਇਹ ਜਾ ਕੇ ਦਰਸ਼ਨ ਕੀਤੇ, ਮਾਲਵੇ ਦੀ ਸੰਗਤ ਬੇਨਤੀ ਕਰੀ ਸੱਚੇ ਪਾਤਸ਼ਾਹ ਆਪ ਤੋਂ ਪਹਿਲੇ ਛੇਵੇਂ ਪਾਤਸ਼ਾਹ ਮਲਬੇ ਦੀ ਧਰਤੀ ਨੂੰ ਭਾਗ ਲਾਏ ਨੇ, ਸੇਵਾ ਦੇ ਕਾਰਜ ਕੀਤੇ ਨੇ, ਕੁਝ ਕਾਰਜ ਬਾਕੀ ਨੇ, ਆਪ ਕਿਰਪਾ ਕਰਕੇ ਮਾਲਵੇ ਧਰਤੀ ਚਰਨ ਪਾਓ। ਉਹ ਬੇਨਤੀ ਕਰ ਰਹੇ ਸੀ। ਉਹਨਾਂ ਵੱਲ ਵੇਖ ਕੇ ਇਸ ਦੀਵਾਨ ਭੁੰਗਰ ਨੇ ਵੀ, ਜੋ ਚੌਧਰੀ ਸੀ, ਇਹਨੇ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਰੇਤਾ ਇਲਾਕਾ ਹੈ, ਮੈਂ ਚੌਧਰੀ ਹਾਂ ਦੀਵਾਨ ਭੁੰਗਰ, ਮੇਰਾ ਸ਼ਹਿਰ ਨੂਰ ਮਹਿਲਾ, ਸੋ ਸਾਡੇ ਕੋਈ ਗੁਰੂ ਸਾਹਿਬ ਨਹੀਂ ਆਏ, ਸਾਡੇ ਧਰਤੀ ਚਰਨ ਵੀ ਪਾਓ। ਸੱਚੇ ਪਾਤਸ਼ਾਹ ਨੇ ਆਖਿਆ ਭਾਈ ਹੁਣ ਤਾਂ ਗਰਮੀ ਬਹੁਤ ਹੈ, ਅਸੀਂ ਵਾਪਸ ਚਲੇ ਜਾਣਾ, ਔਰ ਜਦੋਂ ਗਰਮੀ ਖਤਮ ਹੋ ਗਈ ਅਸੀਂ ਜੂ ਤੇਰੇ ਨੂਰ ਮਹਿਲੇ ਆਵਾਂਗੇ। ਸੱਚੇ ਪਾਤਸ਼ਾਹ ਫਿਰ ਅੰਮ੍ਰਿਤਸਰ ਵੀ ਗਏ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਵਾਪਸ ਕੀਰਤਪੁਰ ਸਾਹਿਬ ਗਏ। ਅਗਲੇ ਸਾਲ ਲਿਖਿਆ ਹੋਇਆ ਚੇਤ ਦਾ ਮਹੀਨਾ ਸੀ, ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਖਿਆ ਵੀ ਆਪਾਂ ਸੰਗਤਾਂ ਨਾਲ ਵਚਨ ਕੀਤੇ ਹੋਏ ਆ, ਆਪਣੇ ਦੋਨੇ ਤੇ ਮਾਲਵੇ ਜਾਣਾ, ਤਿਆਰੀ ਕਰੋ। 2200 ਘੋੜ ਸਵਾਰ ਲੈ ਕੇ, ਪੂਰੀ ਫੌਜ ਲੈ ਕੇ ਸੱਚੇ ਪਾਤਸ਼ਾਹ ਕੀਰਤਪੁਰ ਚਾਲੇ ਪਾਏ ਆ। ਚਾਲੇ ਪਾ ਕੇ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਆ। ਇਹ ਇੱਕ ਬਹੁਤ ਵੱਡਾ ਬਾਗ ਸੀ ਦੀਵਾਨ ਭੁੰਗਰ ਦਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਆਏ ਆ, ਸ਼ਾਮ ਤੱਕ ਸਤਿਗੁਰੂ ਦੀਵਾਨ ਭੁੰਗਰ ਦੀ ਉਡੀਕ ਕਰਦੇ ਰਹੇ। ਔਰ ਦੱਖਣ ਵਾਲੇ ਪਾਸੇ ਸ਼ਹਿਰ ਸੀ ਬਹੁਤ ਵੱਡਾ ਨੂਰ ਮਹਿਲਾ। ਉਧਰ ਦੀਵਾਨ ਭੁੰਗਰ ਨੇ ਆਪਣਾ ਸੂਈਆ ਭੇਜਿਆ ਵੀ ਜਾ ਕੇ ਆਓ ਕਿ ਸਤਿਗੁਰੂ ਨਾਲ ਕਿੰਨੇ ਘੋੜੇ ਕਿੰਨੇ ਸਿੱਖ ਆ। ਜਦੋਂ ਉਹ ਸੂਈਆ ਆਇਆ, ਉਹਨੇ ਆ ਕੇ ਪੁੱਛਿਆ ਸਿੱਖਾਂ ਨੂੰ ਵੀ ਸਤਿਗੁਰੂ ਨਾਲ ਕਿੰਨੀ ਕੁ ਫੌਜ ਹੈ, ਤੇ ਸਿੱਖਾਂ ਨੇ ਆਖਿਆ 2200 ਘੋੜ ਸਵਾਰ, 2200 ਘੋੜਾ, 2200 ਸਿੱਖ। ਜਦੋਂ ਉਹਨੇ ਜਾ ਕੇ ਦੀਵਾਨ ਭੁੰਗਰ ਨੂੰ ਦੱਸਿਆ ਤੇ ਦੀਵਾਨ ਭੁੰਗਰ ਘਬਰਾ ਗਿਆ। ਇੱਕ ਤਾਂ ਇਸ ਵਾਸਤੇ ਘਬਰਾ ਗਿਆ, ਇਤਿਹਾਸ ਲਿਖਿਆ ਹੋਇਆ ਕਿ ਜਿਹੜਾ ਲਾਹੌਰ ਦਾ ਸੂਬੇਦਾਰ ਬਹੁਤ ਜ਼ਾਲਮ ਸੀ, ਵੀ ਜੇ ਉਹਨੂੰ ਪਤਾ ਲੱਗ ਗਿਆ ਐਡੀ ਵੱਡੀ ਫੌਜ ਸਾਂਭੀ ਆ, ਸੇਵਾ ਕੀਤੀ ਗੁਰੂ ਸਾਹਿਬ ਦੀ, ਤੇ ਹੋ ਸਕਦਾ ਮੇਰੇ ਉੱਤੇ ਕੋਈ ਦੋਸ਼ ਐਦ ਕਰਕੇ ਮੈਨੂੰ ਜੇਲ੍ਹ 'ਚ ਪਾਊਗਾ ਜਾਂ ਮਾਰ ਦੂਗਾ। ਤੇ ਦੂਸਰਾ ਮਨ 'ਚ ਵਿਚਾਰ ਕਰਦਾ ਵੀ 2200 ਘੋੜਾ ਤੇ 2200 ਸਿੱਖ ਆ, ਇਹਨੇ ਘੋੜਿਆਂ ਨੂੰ ਸਿੱਖਾਂ ਨੂੰ ਮੈਂ ਕਿੱਥੋਂ ਰਾਸ਼ਨ ਦੇਵਾਂਗਾ, ਕਿੱਥੋਂ ਦਾਣੇ ਦੇਵਾਂਗਾ। ਮਨ 'ਚ ਅਗਿਆਨਤਾ ਸੀ। ਸੱਚੇ ਪਾਤਸ਼ਾਹ ਆਪ ਤਾਂ ਸੱਚੇ ਪਾਤਸ਼ਾਹ ਦਾ ਆਪ ਕਿਰਪਾ ਕਰ ਦਿੰਦੇ ਆ, ਭਾਗ ਲਾ ਦਿੰਦੇ ਆ, ਪਰ ਅਗਿਆਨਤਾ ਸੀ। ਸੋ ਭਲਾ ਇਸੇ ਸਮਝਿਆ ਉਹ ਦੀਵਾਨ ਭੁੰਗਰ ਲੋ ਗਿਆ। ਜਿਹੋ ਜਿਹੀ ਘਟਨਾ ਮੂਲੇ ਖੱਤਰੀ ਵਾਪਰੀ ਸੀ ਏਮਲਾਬਾਦ ਸਿਆਲਕੋਟ, ਉਹੀ ਘਟਨਾ ਇੱਥੇ ਵਾਪਰੀ। ਉਹ ਆਪ ਲੋ ਗਿਆ ਤੇ ਆਪਣੀ ਰਾਣੀ ਨੂੰ ਕਹਿਣ ਲੱਗਾ ਵੀ ਜੇ ਸਿੱਖ ਆਉਣ ਤੇ ਉਹਨਾਂ ਨੂੰ ਦੱਸ ਦਿਓ, ਸਾਨੂੰ ਕੋਈ ਅਤਾ ਪਤਾ ਨਹੀਂ ਕੱਲ੍ਹ ਦੇ ਦੀਵਾਨ ਭੁੰਗਰ ਜੀ ਚੌਧਰੀ ਕਿੱਥੇ ਗਏ ਹੋਏ ਆ। ਉਧਰ ਸ਼ਾਮ ਪੈ ਗਈ ਆ। ਜੋ ਸ਼ਾਮ ਪੈ ਗਈ ਆ, ਸੂਰਤ ਹੱਥ ਹੋਣ ਵਾਲਾ, ਤੇ ਸੱਚੇ ਪਾਤਸ਼ਾਹ ਸੱਤਵੇਂ ਪਾਤਸ਼ਾਹ ਨੇ ਆਪਣੀ ਸਿੱਖਾਂ ਨੂੰ ਭੇਜਿਆ, ਜਾਓ ਦੀਵਾਨ ਭੁੰਗਰ ਮਿਲਾ ਕੇ ਲਿਆਓ ਕਿ ਅਸੀਂ ਸਵੇਰ ਦੇ ਆਏ ਹੋਏ ਹਾਂ ਭਾਈ, ਤੂੰ ਦਰਸ਼ਨ ਨਹੀਂ ਦਿੱਤੇ, ਤੂੰ ਸਾਨੂੰ ਆਖਿਆ ਸੀ ਅਸੀਂ ਇੱਥੇ ਆਏ ਹਾਂ, ਤੂੰ ਆ ਭਾਈ ਆ ਕੇ ਸਾਨੂੰ ਮਿਲ। ਜੋ ਸਿੱਖ ਗਏ, ਜਿਵੇਂ ਉਹਨਾਂ ਆਪਣੇ ਰਾਣੀ ਨੂੰ ਆਖਿਆ ਸੀ ਉਸ ਤਰ੍ਹਾਂ ਕਹਿ ਦਿੱਤਾ, ਸਾਨੂੰ ਪਤਾ ਨਹੀਂ ਦੀਵਾਨ ਭੁੰਗਰ ਕਿੱਥੇ ਗਏ ਕੱਲ੍ਹ ਦੇ, ਕੋਈ ਅਤਾ ਪਤਾ ਨਹੀਂ। ਸਿੱਖ ਵਾਪਸ ਆ ਗਏ। ਸਤਿਗੁਰੂ ਨੂੰ ਆ ਕੇ ਦੱਸਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਦੀਵਾਨ ਭੁੰਗਰ ਹੈ ਤਾਂ ਘਰ, ਪਰ ਬੇਮੁਖ ਹੋ ਗਿਆ। ਚਲੋ ਜੇ ਰਾਣੀਆਂ ਇਹ ਗੱਲ ਕਹਿੰਦੀਆਂ, ਮਾਲਕ ਨੂੰ ਇਹ ਮਨਜ਼ੂਰ ਤੇ ਹੀ ਭਾਣਾ ਵਾਪਰੇਗਾ। ਵੈਸੇ ਇਤਿਹਾਸ ਲਿਖਿਆ ਸਤਿਗੁਰੂ ਕਹਿੰਦੇ ਵੀ ਇੱਕ ਸੱਪ ਆ ਰਿਹਾ, ਖੜੱਪਾ ਸੱਪ ਆ ਰਿਹਾ, ਪਰ ਐਸੀ ਕੋਈ ਗੱਲ ਨਹੀਂ, ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਸਭ ਦਾ ਗੁਰੂ ਤਾਂ ਸਭ ਦਾ ਭਲਾ ਮਨਾਏਦਾ, ਸਭ ਦਾ ਭਲਾ ਮੰਗਣ ਕਰਨ ਵਾਲਾ, ਐਸਾ ਨਹੀਂ ਕਹਿ ਸਕਦੇ। ਰੋਹ ਵਿਚਾਰ ਰਾਤ ਪਈ ਹੈ। ਸਤਿਗੁਰੂ ਨੇ ਆਖਿਆ ਇਹ ਸ਼ਹਿਰ ਦੇ ਵਿੱਚੋਂ ਭਾਈ ਕੋਈ ਦਾਣਾ ਫੱਕਾ ਕੋਈ ਵਸਤੂ ਨਹੀਂ ਲਿਆਉਣੀ, ਜੋ ਤੁਹਾਡੇ ਕੋਲ ਰਸ ਵਸ ਹੈ ਕੱਚੀ ਉਹ ਬਣਾਓ ਤੇ ਛਕੋ, ਸਵੇਰ ਨੂੰ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਭਲੀ ਕਰਨਗੇ, ਸਵੇਰਾ ਵੇਖਾਂਗੇ। ਸੋ ਰਾਤ ਨੂੰ ਜੋ ਵੀ ਕੋਲ ਰਸਾਂ ਵਸਾਂ ਸੀ ਬਣਾਈਆਂ ਛਕੀਆਂ। ਉਧਰ ਰਾਤ ਨੂੰ ਜੋ ਦੀਵਾਨ ਭੁੰਗਰ ਸੌਂ ਗਿਆ ਤੇ ਸਵੇਰ ਨੂੰ ਵੇਖਿਆ ਤੇ ਦੀਵਾਨ ਭੁੰਗਰ ਦੀ ਮੌਤ ਹੋ ਚੁੱਕੀ ਸੀ। ਰਾਣੀਆਂ ਰੋਣਾ ਸ਼ੁਰੂ ਕਰਦਾ, ਸ਼ਹਿਰ ਦੇ ਲੋਕ ਇਕੱਠੇ ਹੋ ਗਏ। ਇੱਥੇ ਕੌਲੀਆ ਫਕੀਰ ਸੀ, ਉਹਨੂੰ ਪਤਾ ਲੱਗਾ ਵੀ ਸਾਡੇ ਇਲਾਕੇ ਦਾ ਦੀਵਾਨ ਭੁੰਗਰ ਚੌਧਰੀ ਮਰ ਗਿਆ। ਉਹ ਵੀ ਘਰ ਆਇਆ, ਆ ਕੇ ਪੁੱਛਿਆ ਵੀ ਕੀ ਕਾਰਨ ਹੋਇਆ। ਸਾਰੀ ਗੱਲ ਦਾ ਪਤਾ ਲੱਗਾ। ਉਹਨੇ ਆਖਿਆ ਵੀ ਦੇਖੋ ਆਪਾਂ ਕਿਸੇ ਨੂੰ ਬੇਨਤੀ ਕਰੀਏ, ਘਰ ਕੋਈ ਆਪਣੇ ਰਿਸ਼ਤੇਦਾਰ ਆਵੇ, ਮਿੱਤਰ ਆਵੇ,
ਆਪਾਂ ਘਰ ਨੂੰ ਜਿੰਦਾ ਲਈਏ ਜਵਾਬ ਦੀ ਕਿੱਡੀ ਵੱਡੀ ਹਾਨੀ ਹੁੰਦੀ ਆ। ਇਹ ਚੰਗੀ ਗੱਲ ਨਹੀਂ ਕੀਤੀ ਦੀਵਾਨ ਪੁੰਗਰ। ਚਲੋ ਅੱਜ ਵੀ ਹੁਣ ਵੀ ਚੱਲ ਕੇ ਆਪਾਂ ਸਤਿਗੁਰੂ ਆਪਣੀ ਭੁੱਲ ਬਖਸ਼ਾਈਏ ਇਹ ਦੀਵਾਨ ਪੁੰਗਰ ਦੀ। ਰਹੋ ਵਿਚਾਰ ਸਵੇਰ ਨੂੰ ਨਗਰ ਬਿੱਲੀ ਬੜਾ, ਜੋ ਸਾਡਾ ਨਗਰ ਹੈ ਬਿੱਲੀ ਬੜਾ, ਉੱਥੇ ਪਤਾ ਲੱਗਾ ਬਜ਼ੁਰਗਾਂ ਨੂੰ, ਮਾਈਆਂ ਨੂੰ ਵੀ ਸਤਿਗੁਰੂ ਜੀ ਕੱਲ੍ਹ ਦੇ ਆਏ ਆ। ਦੀਵਾਨ ਪੁੰਗਰ ਨੇ ਸੱਦਿਆ ਸੀ ਪਰ ਕੋਈ ਸੇਵਾ ਨਹੀਂ ਕੀਤੀ। ਸਾਡੇ ਨਗਰ 'ਚੋਂ ਇਹ ਮਾਈਆਂ ਬਜ਼ੁਰਗ ਦੁੱਧ ਪ੍ਰਸ਼ਾਦ ਦੇ ਲੰਗਰ ਭਰ ਕੇ ਚਾਟੀਆਂ ਦੁੱਧ ਦੀਆਂ ਤੇ ਲੰਗਰ ਲੈ ਕੇ ਆਏ। ਸਵੇਰ ਨੂੰ ਸਤਿਗੁਰੂ ਨੇ ਪੁੱਛਿਆ ਭਾਈ ਤੂੰ ਨਗਰ ਕਿਹੜਾ? ਬੜੇ ਖੁਸ਼ ਹੈ। ਗੁਰੂ ਸਾਹਿਬ ਜੀ ਬਜ਼ੁਰਗਾਂ ਨੇ ਆਖਿਆ ਵੀ ਸਾਡਾ ਨਗਰ ਹੈ ਬਿੱਲੀ। ਸਤਿਗੁਰੂ ਜੀ ਹਾਸੇ ਕਹਿਣ ਲੱਗੇ ਬਿੱਲੀ ਨੂੰ ਦੁੱਧ ਪਿਆਰਾ ਹੁੰਦਾ, ਤੁਸੀਂ ਦੁੱਧ ਲੈ ਕੇ ਆਏ ਆ। ਗੁਰੂ ਨਾਨਕ ਸਾਹਿਬ ਜੀ ਇਹ ਧਰਤੀ ਨੂੰ ਭਾਗ ਲਾਉਣ ਕੇ ਇੱਥੇ ਦੁੱਧ ਲੰਗਰ ਸਦਾ ਹੀ ਚੱਲਿਆ ਕਰਨਗੇ। ਸੋ ਇਸ ਤਰ੍ਹਾਂ ਸਤਿਗੁਰੂ ਨੇ ਵਚਨ ਕੀਤੇ, ਦੁੱਧ ਪੁੱਤ ਵਰ ਵੀ ਦਿੱਤੇ। ਇੱਧਰ ਸਵੇਰ ਨੂੰ ਜਦੋਂ ਦੀਵਾਨ ਪੁੰਗਰ ਦੀ ਚੜ੍ਹਾਈ ਕਰ ਗਿਆ ਸੀ, ਸ਼ਹਿਰ ਦੇ ਲੋਕ ਇਕੱਠੇ ਹੋਏ, ਨਾਲ ਫਕੀਰ ਸੀ, ਉਹ ਸਾਰੇ ਇਕੱਠੇ ਹੋ ਕੇ ਇੱਥੇ ਆਏ, ਕੁਛ ਸਰੂਪਾ ਲੈ ਕੇ ਆਏ। ਸਾਰਿਆਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਦੀਵਾਨ ਪੁੰਗਰ ਜਿਹੜੀ ਗਲਤੀ ਕੀਤੀ ਉਹ ਬਖਸ਼ ਦਿਓ, ਅਸੀਂ ਸਾਰੇ ਭੁੱਲ ਬਖਸ਼ਾਉਣ ਵਾਸਤੇ ਆਏ ਹਾਂ, ਕਿਰਪਾ ਕਰੋ। ਸਤਿਗੁਰੂ ਨੇ ਆਖਿਆ ਭਾਈ ਉਹ ਤਾਂ ਭਾਣਾ ਵਾਪਰ ਗਿਆ, ਤੁਸੀਂ ਲਾਗੇ ਨਗਰ ਜਾ ਕੇ ਬੰਨ੍ਹ ਲਓ, ਇਹ ਸ਼ਹਿਰ ਇਹ ਨਗਰ ਖਾਲੀ ਕਰ ਦਿਓ। ਸੋ ਲਾਗੇ ਲਾਗੇ ਨਗਰੋਂ ਜਾ ਕੇ ਬੰਨ੍ਹ ਲਿਆ। ਜਿਵੇਂ ਮਾਲਾ ਵਸਿਆ, ਮਾਲਾ ਵੀ ਇੱਥੋਂ ਜਾ ਕੇ ਵਸਿਆ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ 2 ਦਿਨ ਰਹੇ। ਸੱਚੇ ਪਾਤਸ਼ਾਹ ਵੀ ਇਸ ਨੂੰ ਅੱਗੇ ਮਾਲਵੇ ਦੇਣ ਚਲੇ ਗਿਆ। ਸੋ ਇਹ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਸੱਚੇ ਪਾਤਸ਼ਾਹ ਨਾਲ ਸੰਬੰਧਿਤ, ਭਾਵੇਂ ਨਗਰ ਬਿੱਲੀ ਬੜਾ ਦੇ ਨਾਲ ਜੁੜਿਆ ਹੋਇਆ, ਪਰ ਸਾਰੇ ਇਲਾਕੇ ਵਿੱਚ ਇਹਦੀ ਬੜੀ ਮਾਨਤਾ ਹੈ। ਸੋ ਗੁਰਦੁਆਰਾ ਸਾਹਿਬ ਸੇਵਾ ਚੱਲਦੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਅਸੀਂ ਇੱਕ ਅਕੈਡਮੀ ਸਕੂਲ ਖੋਲ੍ਹਿਆ ਜਿੱਥੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਨਾਲ ਧਾਰਮਿਕ ਵਿੱਦਿਆ ਦਿੱਤੀ ਜਾਂਦੀ। ਕੋਈ ਸਾਡਾ ਮਨਸ਼ਾ ਸੀ ਕਿ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ, ਸਾਡੇ ਵਿਰਸੇ ਦਾ, ਸਾਡੇ ਸੱਭਿਆਚਾਰ ਦਾ ਪਤਾ ਹੋਣਾ ਚਾਹੀਦਾ। ਪਰ ਬੱਚੇ ਕੀ ਕਰਨ, ਬੱਚਿਆਂ ਨੂੰ ਪਤਾ ਨਹੀਂ, ਕੋਈ ਸਕੂਲ ਦੱਸਦਾ ਨਹੀਂ। ਇਸ ਵਾਸਤੇ ਅਸੀਂ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਗੁਰਮਤਿ ਵਿੱਦਿਆ ਦੇ ਰਹੇ ਹਾਂ, ਜਿੱਥੇ ਬੱਚਿਆਂ ਨੂੰ ਗੁਰਬਾਣੀ, ਕੀਰਤਨ, ਗੱਤਕਾ, ਸੱਭਿਆਚਾਰ, ਵਿਰਸਾ, ਇਹ ਸਾਰੀਆਂ ਦਾਤਾਂ ਦਿੱਤੀਆਂ ਜਾ ਰਹੀਆਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਚਾਹੀਦਾ ਕਿ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਜਿਹੜਾ ਉਹ ਪਤਾ ਹੋਣਾ ਚਾਹੀਦਾ। ਸਾਡਾ ਬਹੁਤ ਅਮੀਰ ਇਤਿਹਾਸ ਹੈ, ਕਿਉਂਕਿ ਸਾਡੇ ਸਤਿਗੁਰੂ ਸਾਹਮਣੇ ਏਡੀ ਵੱਡੀ ਘਾਲਣਾ ਕਾਲੀ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਤੱਕ, ਜੇ ਹਿੰਦੁਸਤਾਨ ਵਾਸਤਾ ਗੁਰੂ ਸਾਹਿਬਾਂ ਦੀ ਕਰਨੀ ਬੰਦੀ ਘਾਲਣਾ ਸਦਕਾ। ਸੋ ਇਹਦੇ ਨਾਲ ਅੱਗੇ ਹੋਰ ਇੱਕ ਅਸੀਂ ਬਿਰਧ ਆਸ਼ਰਮ ਅਤੇ ਡਿਸਪੈਂਸਰੀ, ਉਹ ਵੀ ਇੱਕ ਵੀਰ ਆ ਜਿਨ੍ਹਾਂ ਨੇ ਸੇਵਾ ਕਰ ਰਹੇ ਆ, ਮਾਇਆ ਦੇ ਰਹੇ ਆ। ਇੱਥੇ ਬਿਰਧ ਆਸ਼ਰਮ ਡਿਸਪੈਂਸਰੀ ਬਣਾ ਰਹੇ, ਜਿੱਥੇ ਬਹੁਤ ਸਾਰੇ ਲੋਕਾਂ ਨੂੰ, ਲੋੜਵੰਦਾਂ ਨੂੰ ਉਹਦੀ ਮਦਦ ਹੋਊਗੀ। ਸੋ ਇਹ ਸਾਰਾ ਕੁਝ ਜੋ ਵਿੱਚ ਪੈਸਾ ਲੱਗ ਰਿਹਾ, ਕਰੋੜ ਰੁਪਈਆ, ਇਹ ਸਾਡੇ NR ਵੀਰ ਪਰਿਵਾਰ, ਕਿਉਂਕਿ ਸਾਡੇ ਨਗਰ 'ਚੋਂ ਬਹੁਤ ਪਰਿਵਾਰ ਇੰਗਲੈਂਡ, ਕੈਨੇਡਾ, ਅਮਰੀਕਾ ਗਏ ਹੋਏ ਨੇ, ਉਹ ਬਹੁਤ ਮਦਦ ਕਰ ਰਹੇ ਆ। ਸਾਡੀ ਬਹੁਤ ਵੱਡੀ ਉਹਨਾਂ ਮਦਦ ਕੀਤੀ, ਇੱਥੇ ਅਸਥਾਨ 'ਤੇ ਪੈਸਾ ਭੇਜਿਆ ਔਰ ਭੇਜ ਰਿਹਾ, ਹੁਣ ਵੀ ਭੇਜ ਰਿਹਾ, ਬਹੁਤ ਮਾਇਆ, ਬਹੁਤ ਉਦਮ ਕਰ ਰਹੇ ਆ। ਸੋ ਜਿਹੜੀ ਹੁਣ ਡਿਸਪੈਂਸਰੀ ਅਤੇ ਬਿਰਧ ਆਸ਼ਰਮ ਸੇਵਾ ਚੱਲਦੀ ਆ, ਇਹ ਪਰਿਵਾਰ ਗਿੱਲ ਰਾਜ ਹੈ ਇੰਗਲੈਂਡ 'ਚ। ਅਸੀਂ ਇਹਨਾਂ ਕੋਲ ਘਰ ਚੱਲ ਕੇ ਗਏ ਸੀ, ਉਹਨੂੰ ਬੇਨਤੀ ਕੀਤੀ, ਇੱਥੇ ਆਏ ਵੀ ਸੀ, ਅਸੀਂ ਬੇਨਤੀ ਕੀਤੀ ਸੀ ਵੀ ਸਾਡਾ ਮਨ ਬਣਦਾ ਵੀ ਚਲੋ ਇਸ ਅਸਥਾਨ ਦੇ ਨਾਲ ਹੋਰ ਵੀ ਕੋਈ ਭਲੇ ਕਾਰਜ ਕਰੀਏ ਇੱਕ ਬਿਰਧ ਆਸ਼ਰਮ ਤੇ ਡਿਸਪੈਂਸਰੀ ਵਾਸਤੇ। ਉਹਨਾਂ ਆਖਿਆ ਬਾਬਾ ਜੀ ਅਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ, ਅਸੀਂ ਗਊਆਂ ਦਾ, ਉਹਦਾ ਬਾਅਦ ਸ਼ੈੱਡਾਂ ਬਣਾਉਣੀਆਂ ਸੀ, ਚਾਰੇ ਦਾ ਪ੍ਰਬੰਧ ਕਰਨਾ, ਉਹ ਕੀਤਾ। ਹੁਣ ਜਾ ਕੇ ਅਸੀਂ ਆਪਣਾ ਪਰਿਵਾਰ ਨਾਲ ਸਲਾਹ ਕਰਾਂਗੇ, ਤੁਹਾਨੂੰ ਜ਼ਰੂਰ ਜਾ ਕੇ ਫੋਨ ਕਰਾਂਗੇ, ਤੁਹਾਡਾ ਮਨ ਬਣਦਾ ਅਸੀਂ ਜ਼ਰੂਰ ਸੇਵਾ ਕਮਾਵਾਂਗੇ। ਸੋ ਹੁਣ ਉਹਨਾਂ ਨੇ ਉਹ ਸੇਵਾ ਲਈ ਆ, ਸਾਰੀ ਮਾਇਆ ਉਹ ਲਾ ਰਿਹਾ। ਉਹਨਾਂ ਆਖਿਆ ਬਾਬਾ ਜਿਹੋ ਜਿਹੀ ਮਰਜ਼ੀ ਵਧੀਆ ਬਣਾ ਲਓ, ਇਹ ਅਕੈਡਮੀ ਬਿਰਧ ਆਸ਼ਰਮ ਸੇਵਾ ਸਾਰੀ ਮਾਇਆ ਅਸੀਂ ਲਾਵਾਂਗੇ, ਤੁਸੀਂ ਮਾਇਆ ਦਾ ਫਿਕਰ ਨਾ ਕਰੋ, ਜਿਹੋ ਜਿਹਾ ਤੁਹਾਨੂੰ ਚਾਹੀਦਾ ਉਹ ਬਣਾਓ, ਤਾਂ ਕਿ ਇਲਾਕੇ ਵਿੱਚ ਬਹੁਤ ਵੱਡੀ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਸਹੂਲਤ ਮਿਲੇ। ਸੋ ਇਸ ਤਰ੍ਹਾਂ ਇਹ ਸਥਾਨ ਦੀ ਸੇਵਾ ਚੱਲੀ ਆ, ਸੰਗਤ ਦੇ ਨਾਲ, NR ਵੀਰਾਂ ਦੇ ਨਾਲ ਅਤੇ ਇਲਾਕੇ ਦੇ ਨਾਲ, ਨਗਰ ਦੇ ਨਾਲ, ਇਹ ਮਿਲ ਕੇ ਸੇਵਾ ਚੱਲ ਰਹੀ ਹੈ। ਸੱਚੇ ਭਾਈ ਬੜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शरणाई आया
ਸਾਧ ਸੰਗਤ ਜੀ, ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸੈਦਰਾਣਾ ਸਾਹਿਬ ਪਾਤਸ਼ਾਹੀ 7ਵੀਂ ਪਿੰਡ ਬਿੱਲੀ ਬ੍ਰਾਂਚ ਦੇ। ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹੋਰ ਗੁਰੂ ਘਰਾਂ ਦੇ, ਹਿੰਦੂ ਧਰਮ ਨਾਲ ਸੰਬੰਧਿਤ ਮੰਦਰਾਂ ਦੇ, ਮੁਸਲਿਮ ਧਰਮ ਨਾਲ ਸੰਬੰਧਿਤ ਮਸਜਿਦਾਂ ਦੇ ਤੇ ਹੋਰ ਧਰਮਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਵਾਂਗੇ। ਤੁਸੀਂ ਬਣੇ ਰਹੋ NRI TV ਦੇ ਨਾਲ ਤੇ ਦੇਖਦੇ ਰਹੋ NRI TV ਦਾ ਧਰਮ ਦੇ ਨਾਲ ਜੁੜਿਆ ਹੋਇਆ ਖਾਸ ਪ੍ਰੋਗਰਾਮ ਦਰਸ਼ਨੇ ਦੀਦਾਰ। मेरे मन का संसार जब ते दर्शन पाया उतर गयो मेरे मन का संसार जब ते दर्शन पाया किस मैग दी डिलीवर दर्शन पाया जब ते